ਜਿਹੜੀ ਅੱਜ ਦੀ ਸਾਡੀ ਰੈਲੀ ਆ, ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰਨਾ, ਜਿਹੜੀ 26 ਤਰੀਕ ਦੀ ਪਰੇਡ ਕਰਨੀ ਆ ਆਪਾਂ ਟਰੈਕਟਰਾਂ ਦੀ ਕਿਸਾਨੀ ਝੰਡੇ ਦੇ ਹੇਠਾਂ ਸਰਕਾਰ ਨੂੰ, ਮੋਦੀ ਸਰਕਾਰ ਨੂੰ ਦੱਸਣਾ ਵੀ ਜਿਹੜਾ ਕਿਸਾਨ ਨੇ, ਇਹ ਕਿਸਾਨ ਅੱਜ ਤੁਹਾਡੇ ਵਿੱਚ ਦਿੱਲੀ ਦੇ ਵਿੱਚ ਜੇ ਤੁਸੀਂ ਪਰੇਡ ਕਰ ਰਹੇ ਹੋ ਤਾਂ ਕਿਸਾਨ ਆਪਣੇ ਹੱਕਾਂ ਦੀ ਵੀ ਪਰੇਡ ਕਰਕੇ ਆਪਣੇ ਜਿਹੜੇ ਪੁੱਤਾਂ ਵਰਗੇ ਟਰੈਕਟਰ ਉਹਨਾਂ ਨੂੰ ਲੈ ਕੇ जी वैसे प्रदर्शन हो रहे हैं, काफले निकल रहे हैं, पर कोई फायदा नहीं हो रहा। मीटिंगां ते मीटिंगां हो रही हैं, बेसिट्टा जा रही ने, सरकारां कह रही ने कि रद्द नहीं हो सकते, सौदा करन नूं असीं तैयार हां, जिन्नियां मर्जी करवा लो। क्या ये तो एक अड़ीअल वतीरा है, तानाशाही फरमान है। अहमद शाह अब्दाली किन्हां ने मोड़िया पंजाबियां ने, ਜਿਹੜਾ ਜਾਬਰ ਬਾਬਰ ਸੀ ਉਹਨੂੰ ਬਾਬਰ ਜਦ ਸਾਡੇ ਪਾਤਸ਼ਾਹ ਬਾਬਰ ਨੂੰ ਜਾਬਰ ਕਹਿ ਸਕਦਾ ਤਾਂ ਉਹਦੀ ਔਲਾਦ ਇਹ ਮੋਦੀ ਨੂੰ ਤਾਨਾਸ਼ਾਹੀ ਨੂੰ ਕਿੱਥੋਂ ਅਸੀਂ ਰਹਿਣ ਦੇ ਦਾਂਗੇ। ਜਦ 26 ਤਰੀਕ ਦੀ ਸਾਡੀ ਇਹਨੇ ਪਰੇਡ ਦੇਖ ਲਈ ਨਾ, ਜਦ ਦੁਨੀਆ ਨੂੰ ਅਸੀਂ ਦਿਖਾਤਾ, ਜਿਹੜੇ ਅਨਪੜ੍ਹ ਲੋਕ ਕਹਿੰਦੇ ਸੀ ਸਾਨੂੰ, ਖੇਤੀ ਕਰਨ ਵਾਲੇ ਲੋਕ ਕਹਿੰਦੇ ਸੀ, ਜਿਹਨੂੰ ਕਹਿੰਦੇ ਮੂਡ ਮੱਤ ਵਾਲੇ, ਅੱਜ ਦੱਸਦਾ ਵੀ ਅਸੀਂ 2 ਮਹੀਨੇ ਸਾਨੂੰ ਦਿੱਲੀ ਬੈਠਿਆਂ ਨੂੰ ਹੋ ਗਏ, 3 ਮਹੀਨੇ ਸਾਨੂੰ ਪਹਿਲਾਂ ਪੰਜਾਬ 'ਚ ਬੈਠਿਆਂ ਨੂੰ ਹੋ ਗਏ, ਅਸੀਂ ਅੱਜ ਪੱਤਾ ਨਹੀਂ ਤੁਰਨ ਦਿੱਤਾ ਕੋਈ। ਇਹ ਰੋਟੀ ਦੀ ਲੜਾਈ ਆ, ਰੋਟੀ ਕੌਣ ਨਹੀਂ ਖਾਂਦਾ, ਹਰ ਇੱਕ ਬੰਦਾ ਖਾਂਦਾ, ਹਰ ਇੱਕ ਜਾਤ ਦਾ ਖਾਂਦਾ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ। ਸੋ ਲੜਾਈ ਰੋਟੀ ਦੀ ਆ, ਅਸੀਂ ਵਾਪਸ ਕਰਵਾ ਕੇ ਫਿਰ ਘਰਾਂ ਨੂੰ ਪਰਤਾਂਗੇ। ਇਹ ਰਹਿਸਲਾਂ ਜੋ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ ਤੁਹਾਨੂੰ ਦੱਸ ਦਈਏ ਕਿ ਪ੍ਰਦਰਸ਼ਨ ਕਿਸਾਨਾਂ ਦੇ ਵੱਖੋ ਵੱਖਰੇ ਤਰੀਕਿਆਂ ਨਾਲ ਹੋ ਰਹੇ ਨੇ, ਵੱਖੋ ਵੱਖਰੇ ਤਰੀਕਿਆਂ ਨਾਲ ਪਰੇਡਾਂ ਕਰ ਰਹੇ ਨੇ, ਰਿਹਰਸਲਾਂ ਹੋ ਰਹੀਆਂ ਨੇ। 26 ਜਨਵਰੀ ਦੀਆਂ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ, ਸੰਗਰੂਰ ਜ਼ਿਲ੍ਹਾ ਹੋਵੇ, ਪਟਿਆਲਾ ਜ਼ਿਲ੍ਹਾ ਹੋਵੇ। ਤੁਹਾਨੂੰ ਅੱਜ ਤਸਵੀਰਾਂ ਦਿਖਾਵਾਂਗੇ ਪਟਿਆਲੇ ਜ਼ਿਲ੍ਹੇ ਦੇ ਬਲਾਕ ਨਾਭਾ ਦੀਆਂ। ਬਲਾਕ ਨਾਭਾ ਦੇ ਪਿੰਡਾਂ 'ਚ ਵੱਡੇ ਕਾਫਲੇ ਕੱਢੇ ਜਾ ਰਹੇ ਨੇ, ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਵੱਡਾ ਕਾਫਲਾ ਜੋ ਪਿੰਡਾਂ 'ਚ ਹੋ ਕੇ ਮਾਰਚ ਕਰ ਰਹੇ ਨੇ, ਰਿਹਰਸਲਾਂ ਕਰ ਰਹੇ ਨੇ। ਆਗੂਆਂ ਦਾ ਕਹਿਣਾ ਕਿ 26 ਜਨਵਰੀ ਦੀ ਜੋ ਪਰੇਡ ਆ ਉਹਦੀ ਰਿਹਰਸਲ ਹੋ ਰਹੀ ਆ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਕਾਫਲਾ ਨਾਭਾ ਬਲਾਕ ਦੇ ਪਿੰਡਾਂ 'ਚ, ਕੱਲੇ ਪਿੰਡ 'ਚ ਕਾਫਲਾ ਪਹੁੰਚ ਰਿਹਾ। ਵੱਡਾ ਕਾਫਲਾ, ਸੈਂਕੜੇ ਟਰੈਕਟਰ ਨੇ, ਦੱਸਿਆ ਜਾਂਦਾ ਕਿ 200-250 ਟਰੈਕਟਰ ਆ, 250 ਪਲੱਸ ਟਰੈਕਟਰ ਨੇ। ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮੌਜੂਦ ਨੇ, ਕਰਾਂਗੇ ਗੱਲਬਾਤ। ਹਾਂਜੀ ਬਾਈ ਜੀ, ਕਾਫਲਾ ਕਿੰਨਾ ਕੁ ਵੱਡਾ, ਕਿੱਥੋਂ ਚੱਲਣਾ ਤੇ ਕਿੱਥੇ ਤੱਕ ਪਹੁੰਚਣਾ? ਸਤਿ ਸ਼੍ਰੀ ਅਕਾਲ ਜੀ, ਮੈਂ ਕਰਮਜੀਤ ਸਿੰਘ ਬੌੜਾ ਕਲਾਂ ਤੇ ਅੱਜ ਸਾਡਾ ਕਾਫਲਾ ਇੱਕ ਘਨੁੜਕੀ ਪਿੰਡ ਦੇ ਫੋਕਲ ਪੁਆਇੰਟ ਤੋਂ ਚੱਲਿਆ, ਜਿਹੜਾ ਤਕਰੀਬਨ 300 ਦੇ ਉੱਪਰ ਪਲੱਸ ਟਰੈਕਟਰ ਆ ਸਾਡਾ। ਇਹ ਜਿਹੜੀ ਅੱਜ ਦੀ ਸਾਡੀ ਰੈਲੀ ਆ, ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰਨਾ, ਜਿਹੜੀ 26 ਤਰੀਕ ਦੀ ਪਰੇਡ ਕਰਨੀ ਆ ਆਪਾਂ ਟਰੈਕਟਰਾਂ ਦੀ ਕਿਸਾਨੀ ਝੰਡੇ ਦੇ ਹੇਠਾਂ ਸਰਕਾਰ ਨੂੰ, ਮੋਦੀ ਸਰਕਾਰ ਨੂੰ ਦੱਸਣਾ ਵੀ ਜਿਹੜਾ ਕਿਸਾਨ ਨੇ, ਇਹ ਕਿਸਾਨ ਅੱਜ ਤੁਹਾਡੇ ਵਿੱਚ ਦਿੱਲੀ ਦੇ ਵਿੱਚ ਜੇ ਤੁਸੀਂ ਪਰੇਡ ਕਰ ਰਹੇ ਹੋ ਤਾਂ ਕਿਸਾਨ ਆਪਣੇ ਹੱਕਾਂ ਦੀ ਵੀ ਪਰੇਡ ਕਰਕੇ ਆਪਣੇ ਜਿਹੜੇ ਪੁੱਤਾਂ ਵਰਗੇ ਟਰੈਕਟਰ ਉਹਨਾਂ ਨੂੰ ਲੈ ਕੇ ਇੱਥੇ ਦਿੱਲੀ ਦੇ ਰਿੰਗ ਰੋਡ ਦੇ ਉੱਤੇ, ਜਿੱਦਾਂ ਸਾਨੂੰ ਕਿਸਾਨ ਆਗੂਆਂ ਵੱਲੋਂ ਹੁਕਮ ਹੋਇਆ, ਉਸ ਤਰ੍ਹਾਂ ਰੈਲੀ ਕਰਨੀ ਹੈ ਜਿਹੜੀ ਅਸੀਂ ਟਰੈਕਟਰਾਂ ਦੀ। ਉਹਦੀ ਇੱਕ ਰਿਹਰਸਲ ਮੰਨੋ, ਨਾਲ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਭਰਾਵੋ ਇਕੱਤਰ ਹੋਵੋ, ਆਪਣੇ ਘਰਾਂ 'ਚੋਂ ਟਰੈਕਟਰ ਕੱਢੋ ਤੇ ਦਿੱਲੀ ਵੱਲ ਰਵਾਨਾ ਹੋਵੋ। 23 ਤਰੀਕ ਨੂੰ ਵੱਡਾ ਕਾਫਲਾ ਖਨੌਰੀ ਬਾਰਡਰ ਤੋਂ ਹਜ਼ਾਰਾਂ ਲੱਖਾਂ ਟਰੈਕਟਰ ਅਸੀਂ ਲੈ ਕੇ ਟਿਕਰੀ ਬਾਰਡਰ ਤੇ ਪਹੁੰਚਣਾ, ਬਹਾਦਰਗੜ੍ਹ ਰਸਤੇ ਨੂੰ ਹੁੰਦੇ ਹੋਏ। ਬਾਕੀ ਜਿਹੜੀ ਇਹ ਮੋਦੀ ਦੀ ਸਰਕਾਰ ਆ, ਇਹਨੇ ਅੱਜ ਤੱਕ ਕਿਸਾਨਾਂ ਨੂੰ ਇੱਕ ਉਪਜਾਊ ਮਸ਼ੀਨ ਸਮਝ ਰੱਖਿਆ। ਕਦੇ ਤਾਂ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਅਨਾਜ ਪੈਦਾ ਕਰਕੇ ਢਿੱਡ ਭਰੀਏ, ਕਦੇ ਸਾਨੂੰ ਇਹ ਕਹਿੰਦੇ ਤੁਸੀਂ ਪੁੱਤ ਜੰਮ ਕੇ ਦੇਵੋ, ਸਾਨੂੰ ਬਾਰਡਰਾਂ 'ਤੇ ਦੇਵੋ, ਅਸੀਂ ਇਹਨਾਂ ਨੂੰ ਕਦੇ ਅੰਨ ਪੈਦਾ ਕਰਕੇ ਇਹਨਾਂ ਦਾ ਪੇਟ ਪਾਲਦੇ ਹਾਂ, ਬਾਰਡਰਾਂ ਦੀ ਰਾਖੀ ਵਾਸਤੇ ਆਪਣੇ ਪੁੱਤ ਸ਼ਹੀਦ ਕਰਵਾਉਣੇ ਆ। ਜਦ ਸਾਡੇ ਹੱਕਾਂ ਦੀ ਰਾਖੀ ਦੀ ਗੱਲ ਆਉਂਦੀ ਆ ਤਾਂ ਜਿਹੜੀ ਇਹ ਸਰਕਾਰ ਆ, ਇਹ ਤਾਨਾਸ਼ਾਹੀ ਹੁਕਮ ਸਾਨੂੰ ਸੁਣਾ ਦਿੱਤਾ ਵੀ ਇਹ 3 ਕਾਨੂੰਨ ਨੇ, ਲਾਗੂ ਨੇ, ਅਸੀਂ ਰੱਦ ਨਹੀਂ ਕਰਦੇ। ਪਰ ਅਸੀਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਜਿੱਦਾਂ ਸਾਡੇ ਆਗੂ ਸਾਹਿਬਾਨ ਕਹਿਣਗੇ ਉਸੇ ਤਰ੍ਹਾਂ ਮੁਜ਼ਾਹਰਾ ਕਰਦੇ ਹੋਏ ਇਹ ਲਾਗੂ ਹੋਣ ਨਹੀਂ ਦੇਣੇ, ਰੱਦ ਕਰਾ ਕੇ ਆਪਣੇ ਘਰਾਂ ਨੂੰ ਪਰਤਾਂਗੇ। ਬਾਈ ਜੀ ਵੈਸੇ ਪ੍ਰਦਰਸ਼ਨ ਹੋ ਰਹੇ ਨੇ, ਕਾਫਲੇ ਨਿਕਲ ਰਹੇ ਨੇ, ਪਰ ਕੋਈ ਫਾਇਦਾ ਨਹੀਂ ਹੋ ਰਿਹਾ। मीटिंगां ते मीटिंगां हो रही ने, बेसिट्टा जा रही ने, सरकारां कह रही ने कि रद्द नहीं हो सकते, सौदा करन नूं असीं तैयार हां, जिन्नियां मर्जी करवा लो। की कहोगे? जब सौदा करन नूं कहंदे फिर ਉਹਦੇ ਵਿੱਚ ਰਹਿ ਕੀ ਗਿਆ? ਇਹ ਤਾਂ ਇੱਕ ਅੜੀਅਲ ਵਤੀਰਾ ਹੈ, ਤਾਨਾਸ਼ਾਹੀ ਫਰਮਾਨ ਹੈ ਜਿਹੜਾ ਸਰਕਾਰ ਸੁਣਾਉਣਾ ਚਾਹੁੰਦੀ ਹੈ। ਪਰ ਉਹਨਾਂ ਨੂੰ ਇਹ ਭੁੱਲ ਗਏ, ਪੰਜਾਬੀ ਲੋਕ ਨੇ, ਅਣਖੀ ਲੋਕ ਨੇ। ਜਦ ਤੱਕ ਅੱਜ ਤੱਕ ਇਤਿਹਾਸ ਪਰਖ ਕੇ ਵੇਖ ਲਓ, ਅਹਿਮਦ ਸ਼ਾਹ ਅਬਦਾਲੀ ਕਿਹਨਾਂ ਨੇ ਮੋੜਿਆ? ਪੰਜਾਬੀਆਂ ਨੇ। ਜਿਹੜਾ ਜਾਬਰ ਬਾਬਰ ਸੀ, ਉਹਨੂੰ ਬਾਬਰ ਜਦ ਸਾਡੇ ਪਾਤਸ਼ਾਹ ਬਾਬਰ ਨੂੰ
ਜਾਬਰ ਕਹਿ ਸਕਦਾ ਤਾਂ ਉਹਦੀ ਔਲਾਦ ਇਹ ਮੋਦੀ ਨੂੰ ਤਾਨਾਸ਼ਾਹੀ ਨੂੰ ਕਿੱਥੋਂ ਅਸੀਂ ਰਹਿਣ ਦੇ ਦਾਂਗੇ। ਇਹਦੀ ਅਸੀਂ ਕੁਰਸੀ ਹਿਲਾ ਦਿਆਂਗੇ। ਇਹਨੂੰ ਰੱਦ ਤਾਂ ਕਰਨੇ ਪੈਣਗੇ। ਜਦ 26 ਤਰੀਕ ਦੀ ਸਾਡੀ ਇਹਨੇ ਪਰੇਡ ਦੇਖ ਲਈ ਨਾ, ਜਦ ਦੁਨੀਆ ਨੂੰ ਅਸੀਂ ਦਿਖਾਤਾ, ਜਿਹੜੇ ਅਨਪੜ੍ਹ ਲੋਕ ਕਹਿੰਦੇ ਸੀ ਸਾਨੂੰ, ਖੇਤੀ ਕਰਨ ਵਾਲੇ ਲੋਕ ਕਹਿੰਦੇ ਸੀ, ਜਿਹਨੂੰ ਕਹਿੰਦੇ ਮੂਡ ਮੱਤ ਵਾਲੇ, ਅੱਜ ਦੱਸਦਾ ਵੀ ਅਸੀਂ 2 ਮਹੀਨੇ ਸਾਨੂੰ ਦਿੱਲੀ ਬੈਠਿਆਂ ਨੂੰ ਹੋ ਗਏ, 3 ਮਹੀਨੇ ਸਾਨੂੰ ਪਹਿਲਾਂ ਪੰਜਾਬ 'ਚ ਬੈਠਿਆਂ ਨੂੰ ਹੋ ਗਏ। ਅਸੀਂ ਅੱਜ ਪੱਤਾ ਨਹੀਂ ਤੁਰਨ ਦਿੱਤਾ। ਕੋਈ ਇੱਦਾਂ ਦਾ ਸਾਡਾ ਜਿਹੜਾ ਪ੍ਰੋਟੈਸਟ ਆ 1% ਵੀ ਕੋਈ ਦੱਸ ਦਿਓ, ਕੋਈ ਸਾਡਾ ਜਿਹੜਾ ਜਿਹਦੇ ਨਾਲ ਕੋਈ ਅਹਿੰਸਾ ਦਾ ਹਿੰਸਾ ਵਾਲੀ ਕੋਈ ਗੱਲ ਕੀਤੀ ਹੋਵੇ। ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨੇ ਤੇ ਬੈਠੇ ਹਾਂ। ਮੋਦੀ ਤੋਂ ਕਰਵਾ ਕੇ ਹਟਾਂਗੇ। ਇਹ ਜਿਹੜੀ ਤਾਨਾਸ਼ਾਹੀ ਰਵੱਈਆ ਇਹਦਾ ਖਤਮ ਕਰਨਾ ਪੈਣਾ ਇਹਨੂੰ ਮਜਬੂਰ ਹੋ ਕੇ। ਸੋ ਭਾਰਤੀ ਕਿਸਾਨ ਯੂਨੀਅਨ ਆਗੂਆਂ ਦਾ ਕਹਿਣਾ ਕਿ ਨਹੀਂ, ਸਾਨੂੰ ਸੌਦਾ ਮਨਜ਼ੂਰ ਨਹੀਂ, ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਾਂਗੇ, ਪ੍ਰਦਰਸ਼ਨ ਬੰਦ ਕਰਾਂਗੇ। ਸੋ ਪ੍ਰਦਰਸ਼ਨ ਜਾਰੀ ਨੇ, ਪੂਰੇ ਰਿਹਰਸਲਾਂ ਚੱਲ ਰਹੀਆਂ ਨੇ, ਟਰੈਕਟਰਾਂ ਦੇ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ, ਬਲਾਕ ਨਾਭਾ 'ਚ ਕੱਢੇ ਜਾ ਰਹੇ ਨੇ, ਜ਼ਿਲ੍ਹਾ ਸੰਗਰੂਰ 'ਚ ਕੱਢੇ ਜਾ ਰਹੇ ਨੇ, ਵੱਖੋ ਵੱਖਰੇ ਜ਼ਿਲ੍ਹਿਆਂ 'ਚ ਵੱਡੀਆਂ ਤਿਆਰੀਆਂ ਨੇ ਕਿ 26 ਜਨਵਰੀ ਦੀ ਪਰੇਡ 'ਚ ਵੱਡਾ ਟਰੈਕਟਰ ਮਾਰਚ, ਲੱਖਾਂ ਦੀ ਗਿਣਤੀ 'ਚ ਦਿੱਲੀ ਟਰੈਕਟਰ ਪਹੁੰਚਣਗੇ। ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਆਗੂ ਚਮਕੌਰ ਸਿੰਘ ਮੌਜੂਦ ਨੇ। ਚਮਕੌਰ ਨਾਲ ਕਰਦੇ ਹਾਂ ਗੱਲਬਾਤ। ਚਮਕੌਰ ਜੀ, ਕੀ ਲੱਗਦਾ ਤੁਹਾਨੂੰ, ਕਾਫਲੇ ਤੁਹਾਡੇ ਨਿਕਲ ਰਹੇ ਨੇ, ਚੱਲ ਰਹੇ ਨੇ ਪ੍ਰਦਰਸ਼ਨ, ਕਿਵੇਂ ਲੱਗਦਾ ਤੁਹਾਨੂੰ ਕਿ ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ? ਮੈਂ ਚਮਕੌਰ ਸਿੰਘ, ਪਿੰਡ ਘਨੁੜਕੀ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਬਲਾਕ ਨਾਭਾ ਦੇ। ਸੋ ਇਹ ਬਲਾਕ ਨਾਭਾ ਦਾ ਜੋ 2-3 ਜਗ੍ਹਾ ਹੋਰ ਵੀ ਨਿਕਲ ਰਹੇ ਨੇ, ਅਸੀਂ ਵੀ ਇਹ ਪ੍ਰੋਟੈਸਟ ਆ ਜੋ 10 ਪਿੰਡਾਂ ਦੇ ਵਿੱਚ ਕੱਢ ਰਹੇ ਹਾਂ। ਸੋ ਸਾਡੇ ਪ੍ਰਧਾਨ ਜੀ ਜੋ ਪਹਿਲਾਂ ਜੋਗਿੰਦਰ ਸਿੰਘ ਅਗਰਾਹਾਂ ਦੱਸ ਚੁੱਕੇ ਨੇ ਕਿ ਇਹ ਘੋਲ ਆ ਜਿਹੜਾ ਲਮਕਮਾਂ ਤੇ ਲੰਮਾ ਹੋ ਸਕਦਾ, ਕਿਉਂਕਿ ਅਸੀਂ ਇੱਥੇ ਥੇਲੀ ਤੇ ਧਰਾ ਕੇ ਉੱਥੋਂ ਕਾਨੂੰਨ ਨੇ ਜਿਹੜੇ ਵਾਪਸ ਕਰਵਾ ਕੇ ਥੇਲੀ ਤੇ ਧਰਾਵਾਂਗੇ। ਸਾਡੇ ਪ੍ਰਧਾਨ ਜੀ ਨੇ ਕਿਹਾ ਜੋ ਇਹ ਰਹਿਸਲਾਂ ਲਗਾਤਾਰ ਚੱਲ ਰਹੀਆਂ ਨੇ, ਅਸੀਂ ਪਿੰਡਾਂ ਦੇ ਵਿੱਚ ਰਹਿਸਲਾਂ ਕਰਵਾ ਰਹੇ ਹਾਂ ਇਹਨਾਂ ਕਿਸਾਨਾਂ ਦੀਆਂ। ਜਿਸ ਤਰ੍ਹਾਂ ਵੀ ਸਾਨੂੰ ਜਥੇਬੰਦੀ ਦਾ ਹੁਕਮ ਆਉਂਦਾ ਅੱਗੇ, ਜਿਸ ਤਰ੍ਹਾਂ ਜੋ ਵੀ ਆਪਣੀ 31 ਜਥੇਬੰਦੀਆਂ ਨੇ ਉਹਨਾਂ ਦਾ ਤਾਲਮੇਲਮਾ ਸੰਘਰਸ਼ ਆ ਜੋ ਉਹਦੇ ਵਿੱਚ ਜਿਸ ਤਰ੍ਹਾਂ ਵੀ ਜਥੇਬੰਦੀਆਂ ਦਾ ਹੁਕਮ ਆਉਂਦਾ ਅਸੀਂ ਉਹ ਹੁਕਮ ਨੂੰ ਸਿਰ ਮੱਥੇ ਮੰਨਾਂਗੇ। ਜੇ ਉਹ ਕਹਿਣਗੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨਾ, ਸੋ ਲਾਲ ਕਿਲੇ ਵੱਲ ਨੂੰ ਜਾਣਾ ਤਾਂ ਅਸੀਂ ਜਾਵਾਂਗੇ। ਜੇ ਉਹ ਕਹਿਣਗੇ ਹੋਰ ਜਾਂ ਰਿੰਗ ਰੋਡ ਤੇ ਜਾਂ ਕਿਸ ਤੇ ਵੀ ਅਸੀਂ ਪ੍ਰੋਟੈਸਟ ਕਰਨਾ, ਅਸੀਂ ਉਹਦੀਆਂ ਰਹਿਸਲਾਂ ਚੱਲ ਰਹੀਆਂ ਨੇ, ਇਹ ਪੂਰੇ ਪਿੰਡਾਂ ਦੇ ਵਿੱਚ ਚੱਲ ਰਹੀਆਂ ਨੇ। ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਬਹੁਤ ਵੱਡਾ ਕਾਫਲਾ ਦਿੱਲੀ ਦੇ ਵਿੱਚ ਲੈ ਕੇ ਹੀ ਬੈਠੀ ਆ, ਔਰ ਤੁਸੀਂ ਪਹਿਲਾਂ ਧਨੌਲੇ ਵੀ ਵੇਖਿਆ ਔਰ ਫਾਜ਼ਿਲਕਾ ਵੀ ਵੇਖਿਆ, ਪਰ ਹੁਣ ਇਹ ਖਨੌਰੀ ਤੋਂ ਬਹੁਤ ਵੱਡਾ ਕਾਫਲਾ ਤੁਰਨਾ। ਪਹਿਲਾਂ ਵੀ 2 ਕਾਫਲੇ 26 ਤਰੀਕ ਨੂੰ ਤੇ ਉਸ ਤੋਂ ਬਾਅਦ 26 ਨੂੰ ਤੇ ਦੁਬਾਰਾ ਇਹ ਤੀਸਰਾ ਕਾਫਲਾ ਜੋ 23 ਤਰੀਕ ਨੂੰ ਖਨੌਰੀ ਤੋਂ ਲੈ ਕੇ ਜਾਣਾ, ਉਹਦੀ ਕਾਲ ਦੇ ਲਈ ਪਿੰਡਾਂ ਦੇ ਵਿੱਚ ਅਸੀਂ ਇਹ ਜਾਗਰੂਕ ਰੈਲੀਆਂ ਕੱਢ ਰਹੇ ਹਾਂ ਕਿ ਰਜਾਈਆਂ ਨੂੰ ਛੱਡੋ। ਜੇ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਚਾਉਣਾ ਸੋਨੇ, ਤੁਹਾਡੇ ਬੱਚਿਆਂ ਦੀ ਰੋਜੀ ਰੋਟੀ ਬਚਾਉਣੀ ਆ, ਇਸ ਦੇ ਲਈ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਜਾਗਰੂਕ ਕਰ ਰਹੇ ਹਾਂ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਪ੍ਰਦਰਸ਼ਨ ਤੁਹਾਨੂੰ ਦਿਖਾਉਣੇ ਆ। ਰੋਡ ਤੇ ਪੂਰੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਤਸਵੀਰਾਂ ਦੇਖ ਸਕਦੇ ਹੋ। ਬਲਾਕ ਨਾਭਾ ਦੇ ਪਿੰਡਾਂ 'ਚ ਵੱਡਾ ਕਾਫਲਾ ਕੱਢਿਆ ਜਾ ਰਿਹਾ, ਰੋਸ ਰੈਲੀ ਕੀਤੀ ਜਾ ਰਹੀ ਆ। ਆਗੂ ਕਹਿ ਰਹੇ ਨੇ ਕਿ ਜਿਵੇਂ ਸਾਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਨੇ ਜਿਵੇਂ ਸਾਨੂੰ ਹੁਕਮ ਕਰਨਗੇ ਅਸੀਂ ਕਰਾਂਗੇ। ਉਹ ਅੱਗੇ ਜਿਵੇਂ ਕਹਿਣਗੇ ਕਿ 26 ਜਨਵਰੀ ਨੂੰ ਕਿਵੇਂ ਦੇ ਪ੍ਰੋਟੈਸਟ ਕਰਨੇ ਨੇ ਅਸੀਂ ਉਵੇਂ ਕਰਾਂਗੇ। ਤੁਹਾਨੂੰ ਕਾਫਲਾ ਦਿਖਾਉਣੇ ਆ ਕਿ ਸੈਂਕੜੇ ਟਰੈਕਟਰ ਪਿੰਡਾਂ 'ਚ ਰੋਸ ਰੈਲੀਆਂ ਕਰ ਰਹੇ ਨੇ। ਚਾਹੇ ਪੰਜਾਬ ਦਾ ਜਿਹੜਾ ਵੀ ਜ਼ਿਲ੍ਹਾ ਹੋਵੇ, ਵੱਡੀ ਗਿਣਤੀ ਵਿੱਚ ਟਰੈਕਟਰ। ਤੁਹਾਨੂੰ ਤਸਵੀਰਾਂ ਸਿੱਧੀਆਂ ਨਾਭਾ ਬਲਾਕ ਦੀਆਂ ਦਿਖਾ ਰਹੇ ਹਾਂ, ਨਾਭਾ ਬਲਾਕ ਦੇ ਪਿੰਡਾਂ 'ਚੋਂ। ਸੋ ਨਾਭਾ ਫੋਕਲ ਪੁਆਇੰਟ ਤੋਂ ਚੱਲਿਆ ਇਹ ਘਨੁੜਕੀ, ਰਾਮਗੜ੍ਹ, ਬੌੜਾ, ਗੁਣੀ ਕੇ ਪਿੰਡਾਂ 'ਚ ਹੁੰਦਾ ਹੋਇਆ ਲੋਹਾਰ ਮਾਜਰਾ, ਬਿੰਨਾ ਹੇੜੀ, ਹੋਰ ਪਿੰਡਾਂ 'ਚ ਲੰਘ ਕੇ ਬੌੜਾ ਖੁਰਦ, ਬੌੜਾ ਕਲਾਂ, ਕਕਰਾਲੇ ਨੂੰ ਹੁੰਦਾ ਹੋਇਆ ਇਹ ਕਾਫਲਾ ਨਾਭੇ ਨੂੰ ਪਹੁੰਚਣਾ। ਨਾਭੇ ਤੋਂ ਸਟਾਰਟ ਹੋਇਆ, ਪੂਰਾ ਵੱਡੀ ਗਿਣਤੀ ਵਿੱਚ ਕਾਫਲਾ ਇਹ ਨਾਭੇ ਤੋਂ ਸਟਾਰਟ ਹੋ ਕੇ ਦੁਬਾਰਾ ਨਾਭੇ 'ਚ ਪਹੁੰਚਣਾ। ਇਹਨਾਂ ਨੇ ਵੱਡੀ ਗਿਣਤੀ 'ਚ ਪਿੰਡਾਂ 'ਚ ਰੋਸ ਮਾਰਚ ਕਰਨਾ। ਸੋ ਸਾਡੇ ਨਾਲ ਆਗੂ ਮੌਜੂਦ ਨੇ, ਬਾਈ ਜੀ ਨਾਲ ਕਰਾਂਗੇ ਗੱਲਬਾਤ। ਹਾਂਜੀ ਵੀਰ ਜੀ, ਕੀ ਲੱਗਦਾ ਤੁਹਾਨੂੰ, ਮੀਟਿੰਗਾਂ ਤੇ ਮੀਟਿੰਗਾਂ ਲਗਾਤਾਰ ਜਾਰੀ ਨੇ, ਹੋ ਰਹੀਆਂ ਨੇ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਸਰਕਾਰ ਕਹਿੰਦੀ ਆ ਕਿ ਹੋਏ ਨਹੀਂ ਸਕਦਾ ਵੀ ਖੇਤੀ ਕਾਨੂੰਨ ਰੱਦ ਕਰਦੀ, ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ। ਇਹ ਜਥੇਬੰਦੀਆਂ ਵੀ ਸਾਡੀਆਂ ਇਸੇ ਗੱਲ ਤੇ ਅੜੀਆਂ ਹੋਈਆਂ ਨੇ ਕਿ ਸੋਧਾਂ ਨੂੰ ਅਸੀਂ ਵੀ ਨਹੀਂ ਮੰਨਦੇ। ਅਸੀਂ ਵੀ ਜਾਣਾ ਤਾਂ ਰੱਦ ਕਰਾ ਕੇ ਜਾਣਾ, ਕਿਉਂਕਿ ਇਹ ਪਹਿਲੀ ਤੇ ਆਖਰੀ ਜੰਗ ਆ। ਇਹ ਮੋਦੀ ਆ ਜਿਹੜਾ ਪੂਰੇ ਦੇਸ਼ ਨੂੰ ਇਹਨੇ ਵੇਚਤਾ। ਸੋ ਦੇਸ਼ ਗੁਲਾਮ ਹੋਣ ਜਾ ਰਿਹਾ। ਇਹ ਲੜਾਈ ਆ ਜਿਹੜੀ ਇਹ ਜ਼ਮੀਨ ਦੀ ਲੜਾਈ ਨਹੀਂ, ਇਹ ਦੇਸ਼ ਦੀ ਲੜਾਈ ਆ। ਸੋ ਮੋਦੀ ਨੇ ਜਿਹੜਾ ਪੂਰਾ ਦੇਸ਼ ਨੂੰ ਵੇਚ ਚੁੱਕਿਆ ਹੈ, ਦੇਸ਼ ਨੇ ਗੁਲਾਮ ਹੋਣਾ। ਜੇ ਲੜਾਈ ਨਾ ਜਿੱਤੇ, ਅਸੀਂ ਨਾ ਜਿੱਤ ਕੇ ਆਏ ਦਿੱਲੀ ਤੋਂ, ਸੋ ਅਸੀਂ ਨੇ ਜਿੱਤ ਕੇ ਆਉਣਾ। ਇਹੀ ਅਸੀਂ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਘਰ ਘਰ ਜਾ ਕੇ ਕਿ ਜਾਗੋ ਵੀਰੋ। ਆਪਾਂ ਨੇ ਪਿਛਲਾ ਸਦੀਆਂ ਦੇ ਵਿੱਚ ਵੀ ਪਿਛਲਾ ਇਤਿਹਾਸ ਬੋਲ ਕੇ ਦੇਖ ਲਓ।
ਇਹ ਹਿੰਦੂਵਾਦੀ ਨੇ। ਜਦੋਂ ਵੀ ਦੇਸ਼ ਗੁਲਾਮ ਹੋਇਆ ਇਹ ਹਿੰਦੂਵਾਦ ਜੋ ਰਾਸ਼ਟਰਵਾਦੀ ਨੇ, ਹਿੰਦੂਵਾਦੀ ਨੇ, ਇਹਨਾਂ ਨੇ ਦੇਸ਼ ਗੁਲਾਮ ਕਰਾਇਆ। ਪਿਛਲੇ ਇਤਿਹਾਸ ਨੂੰ ਖਰੋਲ ਕੇ ਦੇਖੋ। ਸੋ ਹੁਣ ਵੀ ਇਹਨਾਂ ਨੇ ਦੇਸ਼ ਗੁਲਾਮ ਕਰ ਦੇਣਾ। ਸੋ ਅਸੀਂ ਹਰ ਕਿਸ ਨਹੀਂ ਹੋਣ ਦੇਣਾ। ਅਸੀਂ ਭਾਰਤ ਵਾਸੀ ਹਾਂ, ਭਾਰਤ ਦੇ ਲੋਕ ਹਾਂ। ਅਸੀਂ ਇਹ ਪਿੰਡਾਂ ਵਾਲੇ ਹਾਂ, ਅਸੀਂ ਚਾਹੇ ਸ਼ਹਿਰੀ ਹਾਂ। ਸੋ ਅਸੀਂ ਇਹ ਦੇਸ਼ ਨੂੰ ਕਦੇ ਵੀ ਗੁਲਾਮ ਨਹੀਂ ਹੋਣਾ ਦਿੰਦੇ। ਇਹ ਜੋ ਕੋਆਪਰੇਟ ਘਰਾਣਾ ਨੂੰ ਦੇਸ਼ ਸੌਂਪਣਾ ਚਾਹੁੰਦਾ, ਇਹ ਕਦੇ ਨਹੀਂ ਹੋਣ ਦੇਵਾਂਗੇ। ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ 26 ਜਨਵਰੀ ਨੂੰ ਪੁਲਿਸ ਦੇਖੇ ਦਿੱਲੀ ਦੀ ਕਿ ਪਰੇਡ ਕਰਾਉਣੀ ਆ ਜਾਂ ਨਹੀਂ ਕਰਾਉਣੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ? ਜਿਹੜੇ ਪੁਲਿਸ ਵਾਲੇ ਵੀਰ ਨੇ ਉਹ ਵੀ ਸਾਡੀ ਭਰਾ ਨੇ, ਸਾਡੀ ਮਾਂ-ਬਾਪ ਨੇ, ਸਾਡੀ ਦੋਸਤ ਮਿੱਤਰ ਨੇ। ਉਹ ਇਹ ਪਿੰਡਾਂ ਦੇ ਵਿੱਚੋਂ ਉੱਠ ਕੇ ਪੁਲਿਸ ਦੇ ਵਿੱਚ ਭਰਤੀ ਹੋਏ ਨੇ ਤੇ ਬਾਰਡਰਾਂ ਦੇ ਉਹ ਵੀ ਸਾਡੇ ਭਰਾ ਨੇ। ਜਿਹੜਾ ਪੁਲਵਾਮਾ ਹਮਲਾ ਹੋਇਆ ਸੀ ਉਹਦਾ ਵੀ ਸੋਨੂੰ ਏਜੰਟ ਲਿਕੜੇ ਆਇਆ ਕਿ ਇਹ ਕਿਹਨੇ ਕਰਵਾਇਆ ਸੀ। ਇਹ ਸਰਕਾਰਾਂ ਆਪਣੀਆਂ ਵੋਟਾਂ ਦੇ ਲਈ ਕੁਝ ਵੀ ਕਰਵਾ ਸਕਦੀਆਂ ਨੇ। ਕਿਸੇ ਦੇ ਬੱਚੇ ਮਰਵਾ ਸਕਦੀਆਂ ਨੇ, ਕਿਸੇ ਦੇ ਸਿਰ ਦੇ ਸਾਈਂ ਮਰਵਾ ਸਕਦੀਆਂ ਨੇ, ਕਿਸੇ ਦੇ ਧੀ ਪੁੱਤਾਂ ਨੂੰ ਮਰਵਾ ਸਕਦੀਆਂ ਨੇ। ਸੋ ਇਹਨਾਂ ਦੀ ਜੋ ਨੀਤੀ ਆ ਉਹ ਸਿਰਫ ਕੁਰਸੀ ਹੈ। ਇਹਨਾਂ ਦਾ ਕੋਈ ਮਾਂ-ਬਾਪ ਨਹੀਂ, ਨਾ ਕੋਈ ਪੁੱਤ ਧੀ ਆ। ਸੋ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਕੁਰਸੀ ਦੇ ਖਾਤਰ ਆਪਦੇ ਪੁੱਤ ਮਰਵਾਏ ਨੇ। ਇਹਨਾਂ ਨੇ ਜਿਨ੍ਹਾਂ ਦੇ ਆਪਦੇ ਢਿੱਡ ਦੇ ਪੁੱਤ ਮਰਵਾਏ ਨੇ, ਉਹ ਅਸੀਂ ਆਮ ਲੋਕ ਇਹਨਾਂ ਦੇ ਕੀ ਲੱਗੇ। ਮੀਟਿੰਗ ਜਾਰੀ ਆ, ਅੱਜ ਦੀ ਚੱਲ ਰਹੀ ਆ ਮੀਟਿੰਗ। ਕੀ ਲੱਗਦਾ ਕੋਈ ਸਿੱਟਾ ਨਿਕਲੂ ਕਿ ਬੇਨਤੀਜਾ ਹੀ ਰਹਿਣੀ ਆ? ਮੀਟਿੰਗ ਦਾ ਜੀ ਮੀਟਿੰਗਾਂ ਤੇ ਮੀਟਿੰਗਾਂ, ਤਰੀਕ ਤੇ ਤਰੀਕ। ਜਿਵੇਂ ਸਾਡੇ ਜੋਗਿੰਦਰ ਸਿੰਘ ਜੀ ਗ੍ਰਾਹਕ ਕਹਿ ਰਹੇ ਨੇ ਕਿ ਸਾਨੂੰ ਤਰੀਕ ਤੇ ਤਰੀਕ ਪੇਸ਼ੀ ਤੇ ਪੇਸ਼ੀ ਦੇ ਰਹੇ ਨੇ। ਇਹ ਪੇਸ਼ੀਆਂ ਵਾਲੀ ਗੱਲ ਆ ਕਿ ਅਸੀਂ ਪੇਸ਼ੀਆਂ ਭੁਗਤਣ ਜਾ ਰਹੇ ਹਾਂ। ਜੇ ਕਰਨਾ ਹੁੰਦਾ ਇਹਨਾਂ ਨੇ ਪਹਿਲਾਂ 1-2 ਮੀਟਿੰਗਾਂ ਦੇ ਵਿੱਚ ਕਰ ਦਿੰਦੇ, ਪਰ ਇਹਨਾਂ ਨੇ ਲਮਕਾਂ ਤੇ ਲੰਮਾ ਵੀ ਇਹਨੂੰ ਕਿਵੇਂ ਅਸੀਂ ਬਖੇਰ ਦਈਏ ਇਸ ਦਿੱਲੀ ਦੇ ਜੋ ਘੋਲ ਨੂੰ ਆ। ਉਹ ਜਥੇਬੰਦੀਆਂ ਜਿਹੜੀਆਂ ਅੜੀਆਂ ਹੋਈਆਂ ਨੇ, ਸੋ ਬਿਖਰ ਨਹੀਂ ਦੇਵਾਂਗੇ। ਪੂਰੇ ਕੱਲਾ ਪੰਜਾਬ ਨਹੀਂ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਮਹਾਰਾਸ਼ਟਰ ਜੋ ਪੂਰੇ ਸੂਬੇ ਚੱਲੇ ਹੋਏ ਨੇ। ਸੋ ਦਿੱਲੀ ਦੇ ਵਿੱਚ ਪੂਰੇ ਸੂਬੇ ਬੈਠੇ ਨੇ। ਸੋ ਇਹ ਕਰਾ ਕੇ ਪੂਰਾ ਹਿੰਦੁਸਤਾਨ ਉੱਠਿਆ ਹੋਇਆ, ਪੂਰਾ ਭਾਰਤ ਉੱਠਿਆ ਹੋਇਆ। ਜੋ ਪੂਰੇ ਭਾਰਤ ਦੀ ਆਵਾਜ਼ ਆ ਕਿ ਇਹ ਰੱਦ ਕਰਾਉਣੇ ਨੇ ਤਾਂ ਰੱਦ ਕਰਾ ਕੇ ਮੁੜਾਂਗੇ। ਵੈਸੇ ਗੁਨਾਹਗਾਰ ਜੇ ਕਿਸੇ ਨੇ ਕੋਈ ਜੁਰਮ ਕਰਿਆ ਹੁੰਦਾ ਉਹਦੀਆਂ ਪੇਸ਼ੀਆਂ ਪੈਂਦੀਆਂ ਨੇ। ਇੱਧਰ ਤੁਸੀਂ ਕੀ ਜੁਰਮ ਕਰਤਾ? ਤੁਸੀਂ ਕਹਿ ਰਹੇ ਹੋ ਵੀ ਪੇਸ਼ੀਆਂ ਤੇ ਪੇਸ਼ੀਆਂ ਪਵਾ ਰਹੇ ਨੇ, ਜਾਨੀ ਕਿ ਬਿਨਾਂ ਗੁਨਾਹਗਾਰ ਕਰੇ ਤੋਂ ਪੇਸ਼ੀ ਪੈ ਰਹੀ ਆ। ਕੀ ਕਹੋਗੇ? ਇਹ ਜ਼ੁਲਮ ਤਾਂ ਜੀ ਆਹੀ ਆ ਸਾਡਾ ਕਿ ਅਸੀਂ ਹੱਕਾ ਸੱਚ ਦੇ ਲਈ ਕਦੇ ਸਰਕਾਰ ਨਾਲ ਲੜੇ ਨਹੀਂ ਹੈਗੇ। ਪਰ ਹੁਣ ਜਿਹੜਾ ਇਹ ਇੱਕ ਮੁੱਠ ਹੋਇਆ, ਸਾਨੂੰ ਪਾੜਿਆ ਗਿਆ ਇਹ ਵੋਟਾਂ ਦੇ ਵਿੱਚ ਕਿ ਹਿੰਦੂਵਾਦ ਦੇ ਕਦੇ ਹਿੰਦੂ ਨੂੰ ਮੁਸਲਮਾਨਾਂ ਨਾਲ ਲੜਾਉਂਦੇ ਨੇ, ਕਦੇ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਂਦੇ ਨੇ। ਇਹ ਜਿਹੜੀ ਦੋਗਲੀ ਰਣਨੀਤੀ ਹੈ ਇਹਨਾਂ ਦੀ, ਜਿਹੜੇ ਅੰਗਰੇਜ਼ ਸਿਖਾ ਕੇ ਗਏ ਸੀ ਪਾੜੋ ਤੇ ਰਾਜ ਕਰੋ ਦੀ ਨੀਤੀ, ਇਹ ਹੁਣ ਤੱਕ ਚਲਾਉਂਦੇ ਆਏ ਨੇ। ਪਰ ਇਹ ਘੋਲ ਚੱਲਣ ਦੇ ਨਾਲ ਸਾਡੇ ਇੱਕ ਮੁੱਠਤਾ ਹੋਈ ਆ ਸਾਡੇ ਵਿੱਚ। ਹਿੰਦੂ, ਸਿੱਖ, ਈਸਾਈ, ਕ੍ਰਿਸਚਨ ਜੋ ਸਾਰੇ ਇਕੱਠੇ ਹੋਏ ਨੇ। ਸੋ ਸਾਡੀ ਇੱਕ ਮੁੱਠਤਾ ਹੋਈ ਆ। ਸੋ ਇਹ ਜੋ ਚਾਹੁੰਦੇ ਸੀ ਕਿ ਪਹਿਲਾਂ 47 ਬਣਾਇਆ ਇਹਨਾਂ ਨੇ, ਉਸ ਤੋਂ ਬਾਅਦ 84 ਦੇ ਦੰਗੇ ਕਰਵਾਏ ਨੇ, ਉਸ ਤੋਂ ਗੋਦਰਾ ਕਾਂਡ ਵੀ ਕਰਾਇਆ। ਇਹ ਲੜਾਉਂਦੇ ਰਹੇ ਨੇ ਸਾਨੂੰ ਧਰਮਾਂ ਤੇ। ਪਰ ਹੁਣ ਧਰਮਾਂ ਤੋਂ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ, ਰੋਟੀ ਦੀ ਲੜਾਈ ਹੈ, ਕੋਈ ਜ਼ਮੀਨ ਦੀ ਲੜਾਈ ਨਹੀਂ। ਇਹ ਰੋਟੀ ਦੀ ਲੜਾਈ ਆ। ਰੋਟੀ ਕੌਣ ਨਹੀਂ ਖਾਂਦਾ? ਹਰ ਇੱਕ ਬੰਦਾ ਖਾਂਦਾ, ਹਰ ਇੱਕ ਜਾਤ ਦਾ ਖਾਂਦਾ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ। ਸੋ ਲੜਾਈ ਰੋਟੀ ਦੀ ਆ। ਅਸੀਂ ਵਾਪਸ ਕਰਵਾ ਕੇ ਫਿਰ ਘਰਾਂ ਨੂੰ ਪਰਤਾਂਗੇ। ਇਹ ਰਹਿਸਲਾਂ ਜੋ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ। ਠੀਕ ਹੈ, ਜਾਨੀ ਕਿ ਪੂਰੀਆਂ ਤਿਆਰੀਆਂ ਨੇ 26 ਜਨਵਰੀ ਦੀਆਂ। ਜਿਵੇਂ ਵੀ ਆਗੂ, ਸੀਨੀਅਰ ਆਗੂ ਕਹਿਣਗੇ, ਜਿਵੇਂ ਇਸ਼ਾਰਾ ਕਰਨਗੇ, ਉਵੇਂ ਸਾਰੇ ਯੂਨੀਅਨ ਆਗੂ ਉਹ ਕਰਨਗੇ। ਹਾਂਜੀ, ਜਿਵੇਂ ਵੀ ਜਥੇਬੰਦੀ ਦਾ ਹੁਕਮ ਆਉਂਦਾ ਜਾਂ ਜਿੰਨੀਆਂ ਵੀ 31 ਜਥੇਬੰਦੀਆਂ ਨੇ ਉਹਨਾਂ ਦੀ ਕੌਲ ਆਉਂਦੀ ਆ ਸਾਨੂੰ, ਅਸੀਂ ਉਸ ਤਰ੍ਹਾਂ ਉਹ 'ਤੇ ਫੁੱਲ ਚੜਾਵਾਂਗੇ। ਚਾਹੇ ਸਾਨੂੰ ਆਪਣੇ ਛੋਟੇ ਬੱਚੇ ਲਈ ਵੀ ਅਸੀਂ ਦਿੱਲੀ ਦੇ ਵਿੱਚ ਬੈਠੇ, ਚਾਹੇ ਉਹ ਵੀ ਸਾਨੂੰ ਬਾਰਨੇ ਪੈ ਜਾਣ। ਪਹਿਲਾਂ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਵੀ ਦਿੱਲੀ ਦੇ ਵਿੱਚ ਸੀਸ ਦੇ ਕੇ ਆਏ ਨੇ। ਸੋ ਸਾਡੇ ਹਰ ਰੋਜ਼ ਦਿੱਲੀ ਦੇ ਵਿੱਚੋਂ 2 ਲਾਸ਼ਾਂ ਪੰਜਾਬ ਨੂੰ ਆਉਂਦੀਆਂ ਨੇ। ਸੋ ਅਸੀਂ ਰਜਾਈਆਂ ਦੀ ਨਿੱਘ ਛੱਡਦੇ ਹੋਏ, ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਉਹ ਦਿੱਲੀ ਦੇ ਵਿੱਚ ਬੈਠੀਆਂ ਨੇ। ਸੋ ਕੱਲ੍ਹ ਵੀ ਸਾਡਾ ਜੋ ਨਾਭੇ ਬਲਾਕ ਦਾ ਇੱਕ ਆਗੂ ਸੀ ਧੰਨਾ ਸਿੰਘ, ਸੋ ਸਾਡੇ ਬਾਪੂ ਜੀ ਨੂੰ ਸੋ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਬਹੁਤ ਵੱਡੀ ਦੇਣ ਸੀ ਸਾਡੇ ਨਾਭੇ ਬਲਾਕ ਦੀ। ਸਾਡੇ ਉਹ ਬਲਾਕ ਦਾ ਬਾਪੂ ਇਹ ਸੀ, ਪੂਰੀ ਜੋ ਬਲਾਕ ਦਾ ਆਗੂ ਸੀ ਸਾਡਾ ਬਾਪੂ। ਸੋ ਭਾਰਤੀ ਕਿਸਾਨ ਜਥੇਬੰਦੀਆਂ ਦੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਕਹਿ ਰਹੇ ਨੇ ਕਿ ਨਹੀਂ, ਅਸੀਂ ਇਹ ਪ੍ਰਦਰਸ਼ਨ ਜਾਰੀ ਰੱਖਾਂਗੇ ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਟਰੈਕਟਰਾਂ ਦਾ ਕਾਫਲਾ ਲਗਾਤਾਰ ਜਾਰੀ ਆ, ਚੱਲ ਰਿਹਾ ਕਾਫਲਾ। ਪ੍ਰਦਰਸ਼ਨ ਨੇ ਵੱਡਾ ਕਾਫਲਾ, ਤੁਹਾਨੂੰ ਬਲਾਕ ਨਾਭਾ ਦੀਆਂ ਤਸਵੀਰਾਂ ਦਿਖਾ ਰਿਹਾ।
ਬਲਾਕ ਨਾਭਾ ਦੇ ਪਿੰਡਾਂ 'ਚ ਵੱਡਾ ਕਾਫਲਾ, ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਸੋ ਆਗੂਆਂ ਦਾ ਕਹਿਣਾ ਕਿ ਜਥੇਬੰਦੀਆਂ ਵੱਲੋਂ ਜੋ ਵੀ ਫੈਸਲੇ ਹੋਣਗੇ 26 ਜਨਵਰੀ ਨੂੰ ਉਸ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ। ਉਸ ਤਰ੍ਹਾਂ ਦੇ ਅਸੀਂ ਜਿਵੇਂ ਵੀ ਆਗੂ ਕਹਿਣਗੇ ਉਵੇਂ ਦੀਆਂ ਸਾਡੀਆਂ ਪੂਰੀਆਂ ਤਿਆਰੀਆਂ ਨੇ। ਸੋ ਨੌਜਵਾਨ ਵੀ ਮੌਜੂਦ ਨੇ ਸਾਡੇ ਨਾਲ। ਹਾਂਜੀ, ਕੀ ਨਾਮ ਹੈ ਬਾਈ ਜੀ ਆਪਣਾ? ਲਖਵਿੰਦਰ ਸਿੰਘ ਜੀ। ਲਖਵਿੰਦਰ ਜੀ, ਕੀ ਕਹੋਗੇ? ਪ੍ਰਦਰਸ਼ਨਾਂ ਨੂੰ ਕਿੰਨਾ ਸਮਾਂ ਹੋ ਗਿਆ? ਮਹੀਨੇ ਲੱਗੇ ਪਰ ਸਰਕਾਰ ਹਜੇ ਵੀ ਚੁੱਪਚਾਪ ਆ, ਮੀਟਿੰਗਾਂ ਦੇ ਮੀਟਿੰਗਾਂ ਹੋ ਰਹੀਆਂ ਨੇ। ਕੀ ਕਹੋਗੇ ਸਰਕਾਰ ਨੂੰ? ਜੀ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਕਿ ਜਿਹੜੇ ਪੂਰੇ ਲੋਕ ਨੇ ਦੁਖੀ ਨੇਗੇ, ਇਕੱਲੇ ਕਿਸਾਨ ਨਹੀਂ, ਛੋਟਾ ਦੁਕਾਨਦਾਰ ਵੀ ਆ, ਸਾਡਾ ਮਜ਼ਦੂਰ ਭਾਈਚਾਰਾ ਵੀ ਆ, ਤੇ ਜਿਹੜੇ ਛੋਟੇ ਵਪਾਰੀ ਨੇ, ਬੇਜ਼ਮੀਨੇ ਕਿਸਾਨ ਨੇ, ਸਾਰੇ ਲੋਕ ਇਹ ਤੰਗ ਨੇ। ਤੇ ਇਹਦੇ ਜਿਹੜੀ ਹੁਣ ਕੇਂਦਰ ਸਰਕਾਰ ਆ ਇਹਨੂੰ ਆਪਣੇ ਆਪੇ ਸ਼ਰਮ ਚਾਹੀਦੀ ਆ। ਇਹ ਜਿਹੜੀਆਂ ਵਿਸ਼ਵ ਦੀਆਂ ਸਾਮਰਾਜੀ ਤਾਕਤਾਂ ਨੇ ਇਹ ਕਿੰਨਾ ਕੁ ਚਿਰ ਇਹਦੇ ਨਾਲ ਖੜੀਆਂ ਰਹਿਣਗੀਆਂ? ਇਹ ਜਦੋਂ ਤੱਕ ਸੱਤਾ ਦੇ ਵਿੱਚ ਰਹਿਣਗੇ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਕਿ ਜਿਹੜੇ ਲੋਕਾਂ ਦੇ ਹਿੱਤ ਨੇ ਉਹ ਵੱਡੇ ਹੁੰਦੇ ਨੇਗੇ, ਨਾ ਕਿ ਜਿਹੜੇ ਸਾਮਰਾਜੀ ਤਾਕਤਾਂ ਨੇ ਇਹ ਤਾਂ ਵਰਤਦੀਆਂ ਰਹਿੰਦੀਆਂ ਨੇ। ਇਹਨਾਂ ਦੇ ਖਿਡਾਉਣਾ ਤਾਂ ਅੱਜ ਨਰਿੰਦਰ ਮੋਦੀ ਆ, ਪਹਿਲਾਂ ਮਨਮੋਹਨ ਸਿੰਘ ਦੀਗਾ, ਤੇ ਅਗਲਾ ਕੋਈ ਹੋਰ ਹੋਊਗਾ। ਤੇ ਇਹੀ ਸਾਡੀ ਬੇਨਤੀ ਆ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਆ ਕਿ ਜਿਹੜੇ ਕਾਲੇ ਕਾਨੂੰਨ ਲਿਆਂਦੇ ਨੇਗੇ ਇਹਨਾਂ ਨੂੰ ਵਾਪਸ ਲੈ ਲਵੇ ਤੇ ਕਿਸਾਨ ਵੀਰ ਨੇ ਜਿਹੜੇ ਆਪਦੇ ਘਰਾਂ ਨੂੰ ਆ ਜਾਣ। ਵੈਸੇ ਸਰਕਾਰ ਕਹਿ ਰਹੀ ਹੈ, ਬੀਜੇਪੀ ਆਗੂ ਵੀ ਕਹਿ ਰਹੇ ਨੇ ਕਿ ਕਿਸਾਨਾਂ ਦੇ ਹਿਤੈਸ਼ੀ ਨੇ, ਕਿਸਾਨਾਂ ਨੂੰ ਫਾਇਦਾ ਹੋਊਗਾ। ਬਾਰ-ਬਾਰ ਕਿਉਂ ਕਹੀ ਜਾਂਦੇ ਨੇ ਜਦ ਕਿ ਨੌਜਵਾਨ ਹੋ ਤੁਸੀਂ ਵੀ ਜਾਗਰੂਕ ਹੋ? ਖੇਤੀ ਕਾਨੂੰਨ ਕਿਸਾਨਾਂ ਦੇ ਵਿਰੋਧੀ ਨੇ, ਇਹ ਕਿਸਾਨਾਂ ਨੂੰ ਨੁਕਸਾਨ ਹੋਊ। ਹਾਂਜੀ, ਕਿਸਾਨਾਂ ਨੂੰ ਤਾਂ ਇਹਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ। ਜਿਵੇਂ ਆਪਾਂ ਹੋਰ ਦੂਜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਦੇਖਦੇ ਹਾਂ, ਉੱਥੇ MSP ਜਾਂ ਨਹੀਂ ਹੈਗੀ ਤੇ ਕੰਟਰੈਕਟ ਖੇਤੀ ਆ। ਉੱਥੇ ਦੇ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਦੀ ਹਾਲਤ ਤਾਂ ਬਹੁਤ ਜ਼ਿਆਦਾ ਮਾੜੀ ਹੈਗੀ। ਤੇ ਹੁਣ ਇਹ ਪੰਜਾਬ ਤੇ ਹਰਿਆਣੇ ਦੇ ਵਿੱਚ ਵੀ ਇਹ ਕਰਨਾ ਚਾਹੁੰਦੇ ਨੇ, ਪਰ ਜਿਹੜੇ BJP ਦੇ ਨੁਮਾਇੰਦੇ ਨੇਗੇ ਉਹ ਜਿਹੜੇ ਤਾਨਾਸ਼ਾਹੀ ਦੇ ਫੈਸਲੇ ਆਉਂਦੇ ਨੇ, ਜਿਵੇਂ ਅੰਬਾਨੀ ਅਡਾਨੀ ਨੇ, ਸਾਮਰਾਜੀ ਲੋਕ ਨੇ, ਵੱਡੇ ਕਾਰਪੋਰੇਟ ਘਰਾਣੇ ਨੇਗੇ, ਉਹ ਜਿਹੜਾ ਵੀ ਹੁਕਮ ਦਿੰਦੇ ਨੇ ਕੇਂਦਰ ਸਰਕਾਰ ਨੂੰ ਉਹ ਇਨ ਬਿਨ ਉਵੇਂ ਲਾਗੂ ਕਰਦੇ ਨੇਗੇ। ਜਿਹੜੇ ਭਾਜਪਾ ਪਾਰਟੀ ਦੇ ਵਿੱਚ ਬੰਦੇ ਕੰਮ ਕਰਦੇ ਨੇ, ਵਰਕਰ ਨੇ, ਉਹਨਾਂ ਦੀ ਕੋਈ ਆਪਣੀ ਨਿੱਜੀ ਸੋਚ ਨਹੀਂ ਹੈਗੀ। ਜਿਹੜਾ ਵੀ ਉੱਪਰੋਂ ਆ ਗਿਆ ਲਿਖਿਆ ਹੋਇਆ ਉਹਨਾਂ ਨੇ ਉਹੀ ਬੋਲਣਾ ਕੈਮਰੇ ਦੇ ਅੱਗੇ, ਉਹ ਉਸੇ ਨੂੰ ਰਿਪੀਟ ਕਰਦੇ ਨੇ। ਉਹਨਾਂ ਨੂੰ ਹਕੀਕਤ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਉਹਨਾਂ ਦਾ। ਸੋ ਭਾਰਤੀ ਕਿਸਾਨ ਯੂਨੀਅਨ ਨੌਜਵਾਨ ਆਗੂਆਂ ਦਾ ਵੀ ਇਹੀ ਕਹਿਣਾ ਕਿ ਅਸੀਂ ਪੂਰੇ ਜਾਗਰੂਕ ਹੋ ਚੁੱਕੇ ਹਾਂ, ਕਿਉਂਕਿ ਪੰਜਾਬ ਤੇ ਹਰਿਆਣੇ ਤੋਂ ਬਿਨਾਂ ਫਸਲਾਂ ਦੇ ਭਾਅ ਫਸਲਾਂ ਰੁਲਦੀਆਂ ਨੇ, ਚਾਹੇ ਯੂਪੀ ਹੋਵੇ ਚਾਹੇ ਬਿਹਾਰ ਹੋਵੇ। ਅੱਜ ਬਿਹਾਰ ਦੇ ਕਿਸਾਨਾਂ ਦਾ ਮਾੜਾ ਹਾਲ ਆ, ਯੂਪੀ ਦੇ ਕਿਸਾਨਾਂ ਦਾ ਮਾੜਾ ਹਾਲ ਆ, ਹੋਰ ਸਟੇਟਾਂ ਦੇ ਕਿਸਾਨਾਂ ਦਾ ਬਹੁਤ ਮਾੜਾ ਹਾਲ ਆ। ਵੀ ਉਹੀ ਮਾੜਾ ਹਾਲ ਪੰਜਾਬ ਤੇ ਹਰਿਆਣਾ 'ਚ ਵੀ ਕਰਨ ਜਾ ਰਹੀਆਂ ਨੇ ਸਰਕਾਰਾਂ। ਗਲਤ ਨੀਤੀਆਂ ਨੇ ਸਰਕਾਰਾਂ ਦੀਆਂ। ਇਹਨਾਂ ਦਾ ਕਹਿਣਾ ਕਿ ਖੇਤੀ ਕਾਨੂੰਨਾਂ ਨਾਲ ਪੂਰਾ ਕਿਸਾਨ ਬਰਬਾਦ ਹੋ ਜਾਵੇਗਾ, ਜਿਸ ਨੂੰ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਅਸੀਂ ਘਰ ਵਾਪਸੀ ਕਰਾਂਗੇ, ਨਹੀਂ ਤਾਂ ਸਾਡੇ ਪ੍ਰਦਰਸ਼ਨ ਐਵੇਂ ਹੀ ਚੱਲਦੇ ਰਹਿਣਗੇ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਾਫਲਾ ਜਾਰੀ ਆ, ਵੱਡੀ ਗਿਣਤੀ ਵਿੱਚ ਟਰੈਕਟਰ ਜਾ ਰਹੇ ਨੇ। ਹਜੇ ਵੀ ਪਿੰਡਾਂ 'ਚ ਵੱਡਾ ਕਾਫਲਾ, ਸੈਂਕੜੇ 'ਚ ਟਰੈਕਟਰ ਪਿੰਡਾਂ 'ਚ ਘੁੰਮ ਰਹੇ ਨੇ। ਰੋਸ ਰੈਲੀ ਚੱਲ ਰਹੀ ਆ। 26 ਜਨਵਰੀ ਦੀ ਜੋ ਰਿਹਰਸਲ ਆ, ਕਿਸਾਨ ਆਗੂਆਂ ਦਾ ਕਹਿਣਾ ਕਿ ਉਹ ਰਿਹਰਸਲ ਚੱਲ ਰਹੀ ਆ। ਲੱਖਾਂ ਦੀ ਗਿਣਤੀ 'ਚ ਟਰੈਕਟਰ 26 ਜਨਵਰੀ ਨੂੰ ਅਸੀਂ ਲੈ ਕੇ ਜਾਣੇ ਨੇ, ਕਿਉਂਕਿ ਜਿਵੇਂ ਵੀ ਜਥੇਬੰਦੀਆਂ ਦੀ ਜੋ ਵੀ ਸਾਨੂੰ ਕਾਲ ਹੋਊਗੀ, ਜੋ ਵੀ ਸਾਨੂੰ ਹੁਕਮ ਕਰਨਗੀਆਂ ਜਥੇਬੰਦੀਆਂ, ਉਹ ਜਥੇਬੰਦੀਆਂ ਦੇ ਮੁਤਾਬਕ ਅਸੀਂ ਅਗਲਾ ਆਪਣਾ ਫੈਸਲਾ ਕਰਾਂਗੇ ਕਿ ਕਦੋਂ ਰਵਾਨਗੀ ਕਰਨੀ ਆ ਦਿੱਲੀ ਨੂੰ, ਕਦੋਂ ਜਾਣਾ। ਜਿਵੇਂ ਜਥੇਬੰਦੀਆਂ ਦਾ ਹੁਕਮ ਹੋਊਗਾ ਉਸ ਤਰੀਕੇ ਨਾਲ ਅਸੀਂ ਦਿੱਲੀ ਨੂੰ ਰਵਾਨਾ ਹੋਵਾਂਗੇ। ਤੇ 26 ਜਨਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਉੱਥੇ ਪਹੁੰਚਣਗੇ। ਸਤਵੀਰ ਸਿੰਘ ਧਾਲੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।